पाल तेरा आरता जो जन तुमरी भगत करन ते इनके काज सवारता। दाल सीधा मांगो कियो हमरा खुशी करे नित जियो। पनिया शादन निका अनाज मंगो सत सीका। गौ भैंस मंगो लावेरी एक ताजन तुरी चंगेरी। घर की गीहन चंगी जन धन्ना लेवै मंगी। घर की गीहन चंगी जन धन्ना लेवै मंगी। तेरे कवन कवन गुण कह कह गावां तू साहिब गुनी निधाना। तुमरी महिमा बरन न साको तू ठाकुर ऊच भगवाना। तुकाओ होटल गुर सेविय अहनस सहज सुभाए। दर्शन परस्य गुरु के जन्म मरण दुख जाए। होवै सिफतक सम्मति नूर अरसों कुरसों चटिया। खुद डिठे सच्चे पातशाह मल जन्म जन्म दी कटी है। खुद डिठे सच्चे पातशाह मल जन्म जन्म दी कटी है। सतनाम श्री वाहिगुरु साहिब जीओ। तनासरी बाणी भगत नाम देव जी की। पहल पुरिये पुंडरक वना तांचे हंसा सगले जना। कृष्ण ते जानो हर हर नाचंती नाचना। पहल पुर साहिबरा अथोन प्रसाद मरा। असगा आस उसगा हर का बागरा। नाचे पिंदी मैं सागरा। पहल पुरिये पुंडरक वना। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। सतगुरां ने ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਆਪਾਂ ਸਾਰੀਆਂ ਸੰਗਤਾਂ ਨੂੰ ਜਿੱਥੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ, ਇੱਥੇ ਨਾਲ ਨਾਲ ਗੁਰੂ ਕੀ ਬਾਣੀ ਸਰਵਨ ਕਰਨ ਵਾਸਤੇ ਨਿਤਨੇਮ ਦੀ ਦਾਤ, ਕੀਰਤਨ ਦੀ ਦਾਤ ਸਤਿਗੁਰਾਂ ਨੇ
ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਰਿਹਾ ਹੈ। ਮਨੁੱਖਾ ਜਨਮ ਦੀਆਂ ਇਹ ਘੜੀਆਂ, ਇਹ ਸਵਾਸ ਸਫਲੇ ਬਣ ਰਹੇ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਆਓ ਕੁਝ ਸਮੇਂ ਲਈ ਮਨ ਦਾ ਧਿਆਨ ਟਿਕਾਈਏ। ਭਾਵਨਾ ਦੇ ਨਾਲ ਸੁਣ ਹਰ ਕਥਾ ਉਤਾਰੀ ਮੈਲ। ਇਹ ਜੋ ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੁਆਰਾ ਆਪਾਂ ਸਰਵਣ ਕਰ ਰਹੇ ਹਾਂ। ਇਸ ਨੂੰ ਸਰਵਣ ਕਰਕੇ ਤਮਾਮ ਜਿਹੜੀਆਂ ਮਹਿਲਾਂ ਨੇ, ਭਰੀਐ ਮਤ ਪਾਪਾਂ ਕੈ ਸੰਗ, ਇਹ ਜੋ ਮਹਿਲਾਂ ਹਨ ਇਹ ਸਾਰੀਆਂ ਉਤਰ ਜਾਂਦੀਆਂ। ਸੁਨ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭੈ ਸੁਖ ਸੈਲ। ਇਹ ਗੁਰਬਾਣੀ ਦੇ ਮਹਾਵਾਕ ਨੇ। ਤੋ ਜਿਸ ਤਰ੍ਹਾਂ ਮਹਾਰਾਜ ਅੱਜ ਆਪਾਂ ਨੂੰ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਨੇ, ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਤਨਾਸਰੀ ਰਾਗ ਦਾ ਨਾਮ ਹੈ। ਤਨਾਸਰੀ ਰਾਗ ਦੇ ਅੰਦਰ ਭਗਤ ਨਾਮਦੇਵ ਜੀ, ਇਹ ਜੋ ਸ਼ਬਦ ਹੈ, ਇਹ ਚੌਥਾ ਸ਼ਬਦ ਇੱਥੇ ਆਪਣਾ ਉਹ ਬਖਸ਼ਿਸ਼ ਕਰ ਰਹੇ ਨੇ। ਇਸ ਤੋਂ ਪਹਿਲਾਂ 3 ਸ਼ਬਦ ਆਪਾਂ ਗਹਿਰੀ ਕਰਕੇ ਨੀਂਵ ਖੁਦਾਈ, ਇਹ ਸ਼ਬਦ ਸਰਵਣ ਕੀਤਾ ਹੈ। ਦੂਜਾ ਸ਼ਬਦ 10 ਬੈਰਾਗਨ ਮੋਹੇ ਬਸ ਕੀਨੀ, ਇਹ ਵੀ ਸ਼ਬਦ ਸਰਵਣ ਕਰ ਰਿਹਾ। ਤੀਜਾ ਸ਼ਬਦ ਸਰਵਣ ਕੀਤਾ ਮਾਰਵਾੜ ਜੈਸੇ ਨੀਰ ਬਾਲਹਾ। ਅਜੇ ਚੌਥਾ ਸ਼ਬਦ ਸਾਨੂੰ ਪ੍ਰਾਪਤ ਹੋ ਰਿਹਾ ਭਗਤ ਨਾਮਦੇਵ ਜੀਆਂ ਧਨਾਸਰੀ ਰਾਗ ਦੇ ਅੰਦਰ। ਭਗਤ ਨਾਮਦੇਵ ਜੀਆਂ ਦੇ ਜਿਹੜੇ ਗੁਰੂ ਨੇ, ਉਹਨਾਂ ਦਾ ਨਾਮ ਹੈ ਗੁਰੂ ਗਿਆਨਦੇਵ। ਇੱਕ ਦਿਨ ਭਗਤ ਨਾਮਦੇਵ ਜੀ ਉਹਨਾਂ ਨੂੰ ਮਿਲਣ ਵਾਸਤੇ ਗਏ। ਜਦੋਂ ਭਗਤ ਨਾਮਦੇਵ ਜੀ ਮਿਲਣ ਵਾਸਤੇ ਗਏ ਤੇ ਜਾ ਕੇ ਸਵਾਲ ਕੀਤਾ, ਕਹਿਣ ਲੱਗੇ ਗੁਰੂ ਗਿਆਨਦੇਵ ਜੀ, ਇਹ ਸੰਸਾਰ ਦੀ ਉਤਪਤੀ ਕਿਵੇਂ ਹੋਈ ਹੈ, ਸੰਸਾਰ ਬਣਿਆ ਕਿਵੇਂ ਹੈ? ਇਹ ਮੇਰੇ ਮਨ ਦੇ ਵਿੱਚ ਜਾਣਨ ਦੀ ਇੱਛਾ ਹੈ। ਜਦੋਂ ਇਹ ਸਵਾਲ ਸੁਣਿਆ ਭਗਤ ਨਾਮਦੇਵ ਜੀ ਦਾ, ਤੇ ਜਿਹੜੇ ਗੁਰੂ ਸਨ ਗਿਆਨਦੇਵ ਕਹਿਣ ਲੱਗੇ, ਇਹ ਬਾਲਕ ਵਿਦਿਆਰਥੀ ਨਾਮਦੇਵ, ਸੰਸਾਰ ਦੀ ਉਤਪਤੀ ਦੇ ਕਈ ਕਾਰਨ ਨੇ, ਵੱਖ-ਵੱਖ ਮਤਾਂ ਨੇ, ਵੱਖ-ਵੱਖ ਕਾਰਨ ਮੰਨੇ ਨੇ। ਕੋਈ ਕਿਸ ਤਰ੍ਹਾਂ ਉਤਪਤੀ ਕਹਿੰਦਾ, ਕੋਈ ਕਿਸ ਤਰ੍ਹਾਂ ਕਹਿੰਦਾ, ਪਰ ਜਿਹੜੇ ਮੁੱਖ ਕਾਰਨ ਨੇ ਸੰਸਾਰ ਦੀ ਪੈਦਾਇਸ਼ ਹੋਣ ਦੇ, ਸੰਸਾਰ ਬਣਨ ਦੇ, ਉਹ ਅਸੀਂ ਇੱਥੇ ਵਰਣਨ ਕਰਾਂਗੇ। ਕਾਰਨ ਤੇ ਕਈ ਨੇ, ਹਰੇਕ ਮਤ ਨੇ ਵੱਖਰਾ ਵੱਖਰਾ ਇਤਿਹਾਸ ਲਿਖਿਆ, ਵੱਖਰੀਆਂ ਵੱਖਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਪਰ ਜਿਹੜੀਆਂ ਮੁੱਖ ਘਟਨਾਵਾਂ ਹੋਈਆਂ ਦੁਨੀਆ ਬਣਨ ਵਾਸਤੇ, ਕਹਿਣ ਲੱਗੇ ਉਹ ਤੈਨੂੰ ਸਰਵਣ ਕਰਵਾਉਂਦੇ। ਪਰ ਬਚਨ ਇਹ ਹੈ ਵੀ ਕਈ ਕਾਰਨ ਨੇ ਉਤਪਤੀ ਹੋਣ ਦੇ, ਸੰਸਾਰ ਬਣਨ ਦੇ। ਇਹ ਬਚਨ ਸੁਣ ਕੇ ਫਿਰ ਭਗਤ ਨਾਮਦੇਵ ਜੀਆਂ ਨੂੰ ਇਸ ਸ਼ਬਦ ਦੇ ਦੁਆਰਾ ਸਮਝਾਉਂਦੇ ਹਨ। ਪਹਿਲ ਪੁਰੀਏ ਪੁੰਡਰਕ ਵਨਾ। ਇੱਕ ਪੁਰਾਣਕ ਮਤ ਹੈ, ਜਿਸ ਨੂੰ ਆਪਾਂ ਸਨਾਤਨ ਮਤ ਵੀ ਕਹਿ ਦਿੰਦੇ ਹਾਂ, ਪੁਰਾਣਕ ਮਤ। ਉਹਦੇ ਵਿੱਚ ਬਚਨ ਇਹ ਲਿਖਿਆ ਹੈ ਵੀ ਪਹਿਲੇ ਪੁਰੀਏ ਕਹਿਣ ਲੱਗੇ, ਜਿਹੜਾ ਪੂਰਨ ਪਰਮਾਤਮਾ ਹੈ ਨਾ, ਪੁੰਡਰਕ ਵਨਾ, ਉਸਨੇ ਕਮਲ ਫੁੱਲ ਬਣਾਇਆ। ਜਿਹੜੇ ਪੁਰਾਣਕ ਮਤ ਵਾਲੇ ਨੇ ਉਹ ਕਹਿੰਦੇ ਪਰਮਾਤਮਾ ਨੇ ਸਭ ਤੋਂ ਪਹਿਲਾਂ ਕਮਲ ਦਾ ਫੁੱਲ ਬਣਾਇਆ, ਤੇ ਜਦੋਂ ਕਮਲ ਦਾ ਫੁੱਲ ਬਣਿਆ, ਸਭ ਤੋਂ ਪਹਿਲੀ ਪੈਦਾਇਸ਼ ਜਿਹੜੀ ਕਮਲ ਦੇ ਫੁੱਲ ਨੂੰ ਮੰਨੀ ਉਹਨਾਂ ਨੇ। ਜਦੋਂ ਕਮਲ ਦਾ ਫੁੱਲ ਬਣਿਆ
ਫਿਰ ਅੱਗੇ ਬਖਸ਼ਿਸ਼ ਕਰਦੇ ਹਨ। ਤਾਂ ਚੇ ਹੰਸਾ ਸਗਲੇ ਜਨਾ। ਉਸ ਕਮਲ ਦੇ ਫੁੱਲ ਤੋਂ ਫਿਰ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਹੈ। ਜਿਹੜੇ ਦੇਵਤੇ ਨੇ ਨਾ, ਇਹਨਾਂ ਦੀ ਵੱਖ-ਵੱਖ ਸਵਾਰੀ ਲਿਖੀ ਹੈ। ਜਿਵੇਂ ਗਣੇਸ਼ ਨੂੰ ਕਹਿੰਦੇ ਵੀ ਚੂਹੇ ਦੀ ਸਵਾਰੀ ਕਰਦਾ ਹੈ, ਦੁਰਗਾ ਦੇਵੀ ਸ਼ੇਰ ਦੀ ਸਵਾਰੀ ਕਰਦੀ ਹੈ, ਸੀਤਲਾ ਗਧੇ ਦੀ ਸਵਾਰੀ ਕਰਦੀ ਹੈ, ਵਿਸ਼ਨੂੰ ਭਗਵਾਨ ਜੀ ਗਰੜ ਦੀ ਸਵਾਰੀ ਕਰਦੇ, ਸ਼ਿਵਜੀ ਮਹਾਰਾਜ ਜੀ ਬਲਦ ਦੀ ਸਵਾਰੀ ਕਰਦੇ। ਇਹ ਵੱਖ-ਵੱਖ ਸਵਾਰੀਆਂ ਲਿਖੀਆਂ ਵੀ ਇੰਦਰ ਦੇਵਤਾ ਹਾਥੀ ਦੀ ਸਵਾਰੀ ਕਰਦਾ। ਇਸੇ ਤਰ੍ਹਾਂ ਜਿਹੜਾ ਬ੍ਰਹਮਾ ਨਾਮ ਦਾ ਦੇਵਤਾ ਕਹਿੰਦੇ ਵੀ ਹੰਸ ਦੀ ਸਵਾਰੀ ਕਰਦਾ। ਤਾਂ ਚੇ ਤਿਸ ਕਮਲ ਦੇ ਫੁੱਲ ਤੋਂ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਹੋਇਆ। ਤੇ ਸਗਲੇ ਜਨਾ, ਫਿਰ ਬ੍ਰਹਮਾ ਤੋਂ ਅੱਗੇ ਸਾਰੀ ਦੁਨੀਆ ਬਣੀ। ਸ਼ਾਸਤਰਾਂ ਵਿੱਚ ਬਚਨ ਲਿਖਿਆ ਹੈ ਕਿ 4 ਚੁਫੇਰੇ ਪਾਣੀ ਹੀ ਪਾਣੀ ਹੈ। ਉਸ ਪਾਣੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ। ਤੇ ਕਮਲ ਦੇ ਫੁੱਲ ਦੇ ਵਿੱਚੋਂ ਜਦੋਂ ਬ੍ਰਹਮਾ ਪੈਦਾ ਹੋਇਆ ਨਾ, ਬਾਹਰ ਨਿਕਲਿਆ ਤੇ ਵੇਖਦਾ ਵੀ 4 ਚੁਫੇਰੇ ਤੇ ਪਾਣੀ ਹੈ, ਕੋਈ ਜੀ ਜਤਰੂ ਹੈ ਹੀ ਨਹੀਂ। ਮਨ ਵਿੱਚ ਮਾਣ ਆ ਗਿਆ ਵੀ ਮੈਂ ਹੀ ਪਰਮੇਸ਼ਰ ਹਾਂ, ਆਪਣੇ ਆਪ ਤੋਂ ਬਣਿਆ, ਮੈਨੂੰ ਬਣਾਇਆ ਨਹੀਂ ਕਿਸੇ ਨੇ। ਕੋਈ ਮਿਸਤਰੀ ਨਹੀਂ ਹੈ, ਕੋਈ ਮਾਤਾ ਪਿਤਾ ਨਹੀਂ ਹੈ, ਕੋਈ ਇੱਥੇ ਪ੍ਰਕਿਰਤੀ ਦਾ ਕੁਝ ਵੀ ਕਾਨੂੰਨ ਅਸੂਲ ਨਹੀਂ ਬਣੇ, ਕੋਈ ਰੁੱਖ ਨਹੀਂ ਹੈ, ਕੋਈ ਧਰਤੀ ਨਹੀਂ ਹੈ, ਮੈਂ ਹੀ ਬਣਿਆ ਆਪਣੇ ਆਪ। ਮਾਣ ਹੋ ਗਿਆ ਮਨ ਦੇ ਵਿੱਚ ਵੀ ਮੈਂ ਆਪਣੇ ਆਪ ਤੋਂ ਪੈਦਾ ਹੋਇਆ। ਜਦੋਂ ਇਹ ਮਾਣ ਵਾਲਾ ਬਚਨ ਆਇਆ ਤੇ ਫਿਰ ਆਵਾਜ਼ ਸੁਣਾਈ ਦਿੱਤੀ, ਕਹਿਣ ਲੱਗੇ ਬ੍ਰਹਮਾ ਹੰਕਾਰ ਨਾ ਕਰ, ਤੈਨੂੰ ਆਹ ਕਮਲ ਫੁੱਲ ਨੇ ਪੈਦਾ ਕੀਤਾ, ਇਹਦੇ ਵਿੱਚੋਂ ਤੂੰ ਪੈਦਾ ਹੋਇਆ। ਹੁਣ ਬੰਦੇ ਨੂੰ ਜਦੋਂ ਮਾਣ ਹੋ ਜਾਵੇ ਨਾ, ਬੰਦਾ ਆਪਣੇ ਆਪ ਨੂੰ ਬੜਾ ਵੱਡਾ ਸਮਝਦਾ ਹੈ ਤੇ ਬਾਕੀਆਂ ਨੂੰ ਨੀਵਾਂ ਤੇ ਛੋਟਾ। ਬ੍ਰਹਮਾ ਦੇ ਮਨ ਵਿੱਚ ਮਾਣ ਸੀ ਵੀ ਮੈਂ ਤੇ ਬਹੁਤ ਵੱਡਾ ਤੇ ਕਮਲ ਦਾ ਫੁੱਲ ਨਿੱਕਾ ਜਿਹਾ ਮੈਨੂੰ ਪੈਦਾ ਕਿਵੇਂ ਕਰ ਸਕਦਾ। ਕਹਿਣ ਲੱਗਾ ਵੀ ਮੈਂ ਨਹੀਂ ਇਹ ਗੱਲ ਮੰਨਦਾ, ਇਹ ਮੈਨੂੰ ਕਿਵੇਂ ਪੈਦਾ ਕਰ ਸਕਦਾ। ਸਗੋਂ ਨਰਾਦਰ ਕਰਨ ਵਾਸਤੇ ਕਮਲ ਦੇ ਫੁੱਲ ਨੂੰ ਕਹਿਣ ਲੱਗੇ ਵੀ ਲੱਤ ਮਾਰੀ। ਲੱਤ ਮਾਰੀ, ਕਮਲ ਦਾ ਫੁੱਲ ਟੇਢਾ ਹੋ ਗਿਆ ਤੇ ਟੇਢਾ ਹੋਣ ਤੋਂ ਬਾਅਦ ਵਿੱਚ ਫਿਰ ਸਿੱਧਾ ਹੋ ਗਿਆ। ਦੂਜੀ ਵਾਰੀ ਫਿਰ ਲੱਤ ਮਾਰੀ ਹੈ। ਜਦੋਂ 2-3 ਵਾਰ ਲੱਤ ਮਾਰੀ ਤੇ ਇਹੋ ਜਿਹਾ ਪੈਰ ਫਿਸਲਿਆ, ਕਹਿਣ ਲੱਗੇ ਬ੍ਰਹਮਾ ਉਸ ਕਮਲ ਫੁੱਲ ਦੇ ਉੱਪਰ ਡਿੱਗ ਪਿਆ। ਤੇ ਕਮਲ ਫੁੱਲ ਦੇ ਥੱਲੇ ਇੱਕ ਨਾਲੀ ਹੈ, ਪੈਪ ਵਰਗੀ ਨਾਭੀ, ਜਿਹਦੇ ਵਿੱਚੋਂ ਕਮਲ ਫੁੱਲ ਨੂੰ ਖੁਰਾਕ ਮਿਲਦੀ ਹੈ। ਸ਼ਾਸਤਰ ਇਹ ਗੱਲ ਕਹਿੰਦੇ ਨੇ ਵੀ ਉਹਦੀ ਨਾਲੀ ਦੇ ਵਿੱਚ ਡਿੱਗ ਪਿਆ, ਲੱਤਾਂ ਉੱਪਰ ਨੂੰ ਹੋ ਗਈਆਂ, ਸਿਰ ਥੱਲੇ ਨੂੰ ਹੋ ਗਿਆ, ਥੱਲੇ ਨੂੰ ਤੁਰਿਆ ਜਾਂਦਾ ਪਰ ਅੰਤ ਕੋਈ ਨਹੀਂ ਪਾਇਆ। ਵਿਦਵਾਨ ਕਹਿੰਦੇ ਨੇ 18 ਯੁੱਗ ਲੱਗ ਗਏ ਬਰਮੇ ਨੂੰ ਥੱਲੇ ਜਾਂਦਿਆਂ, ਕਮਲ ਫੁੱਲ ਦੀ ਨਾਲੀ ਦੇ ਵਿੱਚ ਜਾਂਦਿਆਂ 18 ਯੁੱਗ ਦਾ ਸਮਾਂ ਲੱਗ ਗਿਆ। ਜਦੋਂ ਇੰਨਾ ਸਮਾਂ ਲੱਗਾ ਨਾ ਤੇ ਫਿਰ ਜਾ ਕੇ ਹੰਕਾਰ ਟੁੱਟਿਆ ਤੇ ਵਿਚਾਰ ਇਹ ਬਣੇ, ਜਿਸ ਪਰਮਾਤਮਾ ਨੇ ਇਹ ਨਾਲੀ ਬਣਾਈ ਹੈ, ਇਹ ਨਾਭੀ ਬਣਾਈ ਹੈ, ਇਹ ਪੈਪ ਬਣਾਈ ਹੈ, ਜਿਹਦੇ ਵਿੱਚ ਮੈਂ ਡਿੱਗਿਆ ਹੋਇਆ ਤੇ 18 ਯੁੱਗ ਹੋ ਗਿਆ, ਮੈਂ ਤੇ ਇਹਦਾ ਅੰਤ ਨਹੀਂ ਪਾ ਸਕਿਆ, ਇਹਨੂੰ ਬਣਾਉਣ ਵਾਲਾ ਕਿੱਡਾ ਕੁ ਵੱਡਾ ਹੋਵੇਗਾ। ਮੈਂ ਰੱਬ ਨਹੀਂ, ਮੈਂ ਪਰਮਾਤਮਾ ਨਹੀਂ, ਕੋਈ ਸ਼ਕਤੀ ਹੈ ਜਿਹਨੇ ਮੈਨੂੰ ਬਣਾਇਆ। ਕੁਝ ਹੀ ਆ ਗਈ। ਫਿਰ ਉੱਥੇ ਪਰਮਾਤਮਾ ਨੂੰ ਯਾਦ ਕੀਤਾ ਵੀ ਇਹ ਅਕਾਲ ਪੁਰਖ ਮੇਰੇ ਕੋਲੋਂ ਗਲਤੀ ਹੋ ਗਈ, ਮਾਫ ਕਰੋ ਤੇ ਮੈਨੂੰ ਇਹਦੇ ਵਿੱਚੋਂ ਹੁਣ ਬਾਹਰ ਕੱਢੋ। ਜਦੋਂ ਫਰਿਆਦਾਂ ਕਰਦਾ ਨਾ ਤੇ 18 ਯੁੱਗ ਫਿਰ ਬਾਹਰ ਨਿਕਲਣ ਲੱਗੇ। 36 ਯੁੱਗ ਕੀਤੀ ਕੀਨੀ ਗੁਬਾਰੈ, ਤਾੜੀ ਲਾਈ ਸਿਰਜਣਹਾਰੈ। ਜਿਹੜਾ ਉਹ ਸਮਾਂ ਲਿਖਦੇ ਨਾ ਵੀ 36 ਯੁੱਗ ਧੁੰਦੂਕਾਰ ਬਣਿਆ ਰਿਹਾ, ਧੁੰਦੀ ਧੁੰਦ ਪਈ ਹੋਈ ਹੈ, ਪਾਣੀ ਕੁਝ ਨਹੀਂ, ਉਹ 36 ਯੁੱਗ ਦਾ ਸਮਾਂ ਇਹ ਵਰਣਨ ਕੀਤਾ ਕਿ 18 ਯੁੱਗ ਉਹਨੂੰ ਥੱਲੇ ਜਾਂਦਿਆਂ ਲੱਗ ਗਿਆ ਤੇ 18 ਯੁੱਗ ਹੀ ਉੱਪਰ ਨੂੰ ਆਉਂਦਿਆਂ ਲੱਗ ਗਿਆ। ਥੱਲੇ ਨੂੰ ਕੋਈ ਚੀਜ਼ ਬੜੀ ਛੇਤੀ ਜਾਂਦੀ ਹੈ, ਉੱਪਰ ਨੂੰ ਜਾਣ ਲੱਗਿਆ ਸਮਾਂ ਲੱਗਦਾ ਹੈ। ਪਰ ਪਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ, ਜਿੰਨਾ ਸਮਾਂ ਥੱਲੇ ਜਾਣ ਲੱਗਿਆਂ ਲੱਗਾ, ਓਨਾ ਹੀ ਉਹਦੇ ਵਿੱਚੋਂ ਬਾਹਰ ਨਿਕਲਣ ਲੱਗਿਆਂ ਲੱਗਾ। ਇਸ ਤਰ੍ਹਾਂ ਪੁਰਾਣਕ ਮੱਤ ਵਾਲੇ ਮੰਨਦੇ ਨੇ ਵੀ ਪਹਿਲਾਂ ਕਮਲ ਦਾ ਫੁੱਲ ਪੈਦਾ ਹੋਇਆ, ਉਹਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ ਤੇ ਬ੍ਰਹਮਾ ਨੇ ਫਿਰ ਜਗਤ ਨੂੰ ਬਣਾਇਆ, ਦੁਨੀਆ ਨੂੰ ਬਣਾਇਆ।
ਇਹ ਗੁਰੂ ਗਿਆਨਦੇਵ ਕਹਿ ਰਹੇ ਨੇ ਭਗਤ ਨਾਮਦੇਵ ਨੂੰ। ਭਗਤ ਨਾਮਦੇਵ ਦੁਨੀਆ ਪੈਦਾ ਹੋਣ ਦੇ ਕਾਰਨ ਤੇ ਕਈ ਨੇ, ਪਰ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਵੀ ਇਸ ਤਰੀਕੇ ਦੇ ਨਾਲ ਗ੍ਰੰਥਾਂ ਵਿੱਚ ਲਿਖਿਆ ਵੀ ਇਹ ਸ੍ਰਿਸ਼ਟੀ ਬਣੀ ਹੈ। ਇਹ ਭਗਤ ਨਾਮਦੇਵ ਦਾ ਸਵਾਲ ਹੈ ਵੀ ਦੁਨੀਆ ਬਣੀ ਕਿਵੇਂ ਹੈ। ਇਹ ਇੱਕ ਵਿਚਾਰ ਹੈ। ਇਸੇ ਸ਼ਬਦ ਨੂੰ ਫਿਰ ਬਖਸ਼ਿਸ਼ ਕਰਦੇ, ਫਿਰ ਆਪਾਂ ਸ਼ੁਰੂ ਤੋਂ ਸਰਵਣ ਕਰਦੇ ਹਾਂ। ਪਹਿਲ ਪੁਰੀਏ ਪੁੰਡਰਕ ਵਨਾ। ਕਹਿਣ ਲੱਗੇ ਸਾਰਿਆਂ ਤੋਂ ਪਹਿਲਾਂ ਜੋ ਪ੍ਰਮਾਤਮਾ ਹੈ, ਅਕਾਲ ਪੁਰਖ ਹੈ, ਉਸਨੇ ਕੀ ਕੀਤਾ ਹੈ? ਪੁਰੀਏ ਤੋਂ ਭਾਵ ਹੁੰਦਾ ਪੁਰੀਆਂ ਵਾਲਾ ਜਿਹੜਾ ਵਿਸ਼ਨੂੰ ਭਗਵਾਨ। ਵੱਖ-ਵੱਖ ਪੁਰੀਆਂ ਦਾ ਜ਼ਿਕਰ ਕੀਤਾ ਨੇ, ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ ਤੇ ਵਿਸ਼ਨੂਪੁਰੀ। ਇਹਨਾਂ ਪੁਰੀਆਂ ਦੇ ਵਿੱਚ ਰਹਿੰਦੇ, ਇਹਨਾਂ ਥਾਵਾਂ ਤੇ ਰਹਿੰਦੇ। ਜਿੱਥੇ ਇੰਦਰ ਰਹਿੰਦਾ ਉਹਨੂੰ ਸਵਰਗ ਕਿਹਾ ਜਾਂਦਾ, ਜਿੱਥੇ ਬ੍ਰਹਮਾ ਜੀ ਨਿਵਾਸ ਕਰਦੇ ਨੇ ਜਾਂ ਸ਼ਿਵ ਜੀ ਨਿਵਾਸ ਕਰਦਾ ਉਸ ਨੂੰ ਕੈਲਾਸ਼ ਪਰਬਤ ਕਿਹਾ ਜਾਂਦਾ। ਕਹਿਣ ਲੱਗੇ ਪੁਰੀਆਂ ਦੇ ਵਿੱਚ ਰਹਿਣ ਵਾਲਾ ਹੈ ਵਿਸ਼ਨੂੰ ਭਗਵਾਨ, ਜਿਸ ਨੂੰ ਸਭ ਤੋਂ ਵੱਡਾ ਤਾਕਤਵਰ ਮੰਨਿਆ ਜਾਂਦਾ। ਇਹ ਕਹਿਣ ਲੱਗੇ ਉਸ ਵਿਸ਼ਨੂੰ ਭਗਵਾਨ ਤੋਂ ਪੁੰਡਰਕ ਕਹੀਏ ਕਮਲ ਦਾ ਫੁੱਲ ਬਣਿਆ। ਪਹਿਲਿਆਂ ਨੇ ਜ਼ਿਕਰ ਇਹ ਕੀਤਾ ਵੀ ਕਮਲ ਦਾ ਫੁੱਲ ਬਣਿਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਬਣਿਆ ਤੇ ਬ੍ਰਹਮਾ ਨੇ ਦੁਨੀਆ ਬਣਾਈ। ਇੱਕ ਮਤ ਵਾਲੇ ਕਹਿਣ ਲੱਗੇ ਨਹੀਂ, ਕਮਲ ਦਾ ਫੁੱਲ ਵੀ ਆਪਣੇ ਆਪ ਨਹੀਂ ਬਣਿਆ, ਕਮਲ ਦੇ ਫੁੱਲ ਨੂੰ ਵਿਸ਼ਨੂੰ ਭਗਵਾਨ ਨੇ ਬਣਾਇਆ। ਵਿਸ਼ਨੂੰ ਭਗਵਾਨ ਤੋਂ ਕਮਲ ਦਾ ਫੁੱਲ ਬਣਿਆ, ਉਸ ਕਮਲ ਦੇ ਫੁੱਲ ਤੋਂ ਫਿਰ ਬ੍ਰਹਮਾ ਬਣਿਆ, ਬ੍ਰਹਮਾ ਨੇ ਦੁਨੀਆ ਬਣਾਈ ਹੈ। ਇੱਕ ਮਤ ਵਾਲੇ ਇਹ ਵੀ ਵਿਚਾਰ ਦਿੰਦੇ ਪਹਿਲ ਪੁਰੀਏ ਪੁੰਡਰਕ ਵਣਾ, ਸਾਰਿਆਂ ਤੋਂ ਪਹਿਲੇ ਪਰਮਾਤਮਾ ਤੋਂ ਪੁੰਡਰਕ ਕਹੀਏ ਪੁਰੀਆਂ ਵਿੱਚ ਰਹਿਣ ਵਾਲਾ ਜੋ ਵਿਸ਼ਨੂੰ ਭਗਵਾਨ ਹੈ, ਉਸ ਵਿਸ਼ਨੂੰ ਭਗਵਾਨ ਤੋਂ ਪੁੰਡਰਕ ਕਮਲ ਦਾ ਫੁੱਲ ਬਣਿਆ। ਇਹ ਕਮਲ ਦਾ ਫੁੱਲ ਜਿਸ ਵੇਲੇ ਬਣ ਗਿਆ ਹੈ ਤਾਂ ਚੇ ਹੰਸਾ ਸਗਲੇ ਜਨਾ। ਉਸ ਕਮਲ ਦੇ ਫੁੱਲ ਤੋਂ ਫਿਰ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਬਣਿਆ ਤੇ ਬ੍ਰਹਮਾ ਨੇ ਫਿਰ ਅੱਗੇ ਦੁਨੀਆ ਬਣਾਈ ਹੈ। ਕੋਟ ਬ੍ਰਹਮੇ ਜਗ ਸਾਜਨ ਲਾਏ। ਇਹ ਹਿੰਦੂ ਮਤ ਦਾ ਕਥਨ ਹੈ ਵੀ ਇਸ ਤਰ੍ਹਾਂ ਦੁਨੀਆ ਬਣੀ ਹੈ। ਇਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਕਿੰਨੇ ਕੁ ਬ੍ਰਹਮੇ ਘਾੜਤ ਘੜਦੇ ਪਏ, ਦੁਨੀਆ ਬਣਾਉਂਦੇ ਪਏ, ਸੰਸਾਰ ਬਣਾਉਂਦੇ ਪਏ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਪਰਮਾਤਮਾ ਨੇ ਇੱਕ ਨਹੀਂ ਕਰੋੜਾਂ ਬ੍ਰਹਮੰਡ ਬਣਾਏ ਨੇ। ਕਰੋੜਾਂ ਬ੍ਰਹਮੰਡਾਂ ਦੇ ਵਿੱਚ ਕਈ ਬ੍ਰਹਮੇ ਉਸਨੇ ਪੈਦਾ ਕੀਤੇ, ਉਹਨਾਂ ਦੀ ਗਿਣਤੀ ਵੀ ਕਰੋੜਾਂ ਹੀ ਹੈ, ਜਿਹੜੇ ਸ੍ਰਿਸ਼ਟੀ ਨੂੰ ਬਣਾਉਣ ਵਾਸਤੇ ਰੱਬ ਦੀ ਨੌਕਰੀ ਕਰਦੇ ਪਏ। ਜਿਵੇਂ ਅਸੀਂ ਮਕਾਨ ਬਣਾਉਣਾ ਹੋਵੇ ਨਾ, ਘਰ ਬਣਾਉਣਾ ਹੋਵੇ ਤੇ ਠੇਕੇਦਾਰ ਦੇ ਨਾਲ ਅਸੀਂ ਠੇਕਾ ਕਰ ਲੈਂਦੇ ਵੀ ਤੂੰ ਸਾਨੂੰ ਘਰ ਬਣਾ ਕੇ ਦੇਣਾ। ਘਰ ਬਣਾਉਣ ਵਾਲਾ ਠੇਕੇਦਾਰ ਹੈ, ਠੇਕੇਦਾਰ ਦੇ ਥੱਲੇ ਕੰਮ ਕਰਦਾ ਪਿਆ ਮਿਸਤਰੀ, ਮਿਸਤਰੀ ਦੇ ਥੱਲੇ ਕੰਮ ਕਰਦੀ ਪਈ ਹੈ ਲੇਬਰ, ਸਾਰੇ ਜਾਣੇ ਲੱਗੇ ਹੋਏ ਘਰ ਬਣਾਉਂਦੇ ਪਏ। ਪਰ ਘਰ ਬਣਾਉਂਦਾ ਕਿਹਦੇ ਪਏ ਨੇ? ਮਾਲਕ ਦਾ ਬਣਾਉਂਦੇ ਪਏ ਨੇ। ਉਹਦੇ ਵਿੱਚ ਰਹਿਣਾ ਮਾਲਕ ਨੇ, ਨਾ ਮਿਸਤਰੀ ਨੇ ਨਾ ਠੇਕੇਦਾਰ ਨੇ। ਇਹ ਜਿਹੜੇ ਦੇਵੀ ਦੇਵਤੇ ਨੇ ਠੇਕੇਦਾਰ ਤੇ ਮਿਸਤਰੀ ਨੇ, ਬਣੇ ਹੋਏ ਨੇ ਦੁਨੀਆ ਬਣਾਉਣ ਵਾਸਤੇ। ਪਰ ਅਸਲ ਵਿੱਚ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪ੍ਰਮਾਤਮਾ ਮਾਲਕ ਹੈ, ਇਸ ਦੁਨੀਆ ਦਾ ਨਿਵਾਸ ਉਹਨੇ ਕਰਨਾ। ਇਸ ਦੁਨੀਆ ਦੇ ਵਿੱਚ ਇਹ ਬਣਾਉਣ ਵਾਸਤੇ ਲੱਗੇ ਹੋਏ। ਕਹਿਣ ਲੱਗੇ ਭਾਈ ਗੁਰਮੁਖੋ, ਪਹਿਲਾ ਬਚਨ ਇਹ ਸੀ ਵੀ ਕਮਲ ਦਾ ਫੁੱਲ ਬਣਿਆ, ਉਹਦੇ ਤੋਂ ਬ੍ਰਹਮਾ ਪੈਦਾ ਤੇ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਦੂਜੇ ਮਤ ਵਾਲੇ ਕਹਿਣ ਲੱਗੇ ਨਹੀਂ, ਕਮਲ ਫੁੱਲ ਤੋਂ ਪਹਿਲਾਂ ਵਿਸ਼ਨੂੰ ਭਗਵਾਨ ਨੇ ਹੀ ਕਮਲ ਦਾ ਫੁੱਲ ਪੈਦਾ ਕੀਤਾ ਹੈ, ਵਿਸ਼ਨੂੰ ਭਗਵਾਨ ਤੋਂ ਸ੍ਰਿਸ਼ਟੀ ਬਣੀ ਹੈ। ਇਹ ਉਹਨਾਂ ਦਾ ਮਤ ਹੈ। ਇਸ ਤਰ੍ਹਾਂ ਆਪੋ ਆਪਣੀ ਵਿਚਾਰ ਦਿੰਦੇ ਹਨ। ਕ੍ਰਿਸ਼ਨ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਹੁਣ ਇੱਕ ਸ਼ਾਖ ਮਤ ਵਾਲੇ ਨੇ, ਵੱਖ-ਵੱਖ ਮਤ ਨੇ, ਸ਼ਾਖ ਮਤ ਵੀ ਇੱਕ ਨੂੰ ਕਿਹਾ ਜਾਂਦਾ। ਉਹ ਕਹਿਣ ਲੱਗੇ ਨਾਚਨਾ, ਇਹ ਜਿਹੜੀ ਨਾਚਨਾ ਸ੍ਰਿਸ਼ਟੀ ਹੈ ਨਾ, ਹਰ ਨਾਚੰਤੀ ਜਿਹੜੀ ਹਰ ਵੇਲੇ ਨੱਚਦੀ ਪਈ ਹੈ, ਸ੍ਰਿਸ਼ਟੀ ਹਰ ਵੇਲੇ ਹਰਕਤ ਵਿੱਚ ਹੈ।
ਅਸੀਂ ਬੈਠੇ ਆ ਨਾ, ਸਾਨੂੰ ਲੱਗਦਾ ਵੀ ਬੈਠੇ ਆ, ਪਰ ਹਰਕਤ ਤੇ ਸਾਡੇ ਅੰਦਰ ਵੀ ਹੋ ਰਹੀ ਹੈ ਨਾ। ਦਿਲ ਧੜਕਦਾ ਪਿਆ, ਦਿਲ ਦੀ ਧੜਕਣ ਕਦੇ ਰੁਕੇਗੀ ਨਹੀਂ ਜਿੰਨਾ ਚਿਰ ਜਿਉਂਦੇ ਆ। ਸਾਡੇ ਅੰਦਰ ਖੂਨ ਸਰਕਲ ਭੱਜਾ ਫਿਰਦਾ, ਦੌੜਿਆ ਫਿਰਦਾ। ਸਾਨੂੰ ਲੱਗਦਾ ਵੀ ਮੈਂ ਬੈਠਾ ਹੋਇਆ, ਮੈਂ ਸੁੱਤਾ ਹੋਇਆ, ਪਰ ਨਹੀਂ। ਇਹ ਸ੍ਰਿਸ਼ਟੀ ਨੱਚਦੀ ਪਈ ਹੈ, ਹਰ ਵੇਲੇ ਹਰਕਤ ਕਰਦੀ ਹੈ, ਹਰ ਵੇਲੇ ਚੱਲਦੀ ਹੈ। ਭਾਵੇਂ ਕੋਈ ਸਮੁੰਦਰ ਵਿੱਚ ਰਹਿਣ ਵਾਲਾ ਹੈ, ਭਾਵੇਂ ਕੋਈ ਪਹਾੜਾਂ ਵਿੱਚ ਰਹਿਣ ਵਾਲਾ ਹੈ, ਕੋਈ ਮਿੱਟੀ ਵਿੱਚ ਰਹਿਣ ਵਾਲਾ ਹੈ, ਇਹ ਧਰਤੀ ਹਰ ਵੇਲੇ ਹਰਕਤ ਕਰਦੀ ਹੈ। ਰੁੱਖ ਹੈ, ਉਹਨੂੰ ਹਰੇ ਹਰੇ ਪੱਤੇ ਲੱਗਦੇ ਨੇ, ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਕਰੂੰਬਲੀਆਂ ਪੈਦਾ ਹੁੰਦੀਆਂ। ਰੋਜ਼ ਰੁੱਖ ਵੱਧਦਾ ਹੈ, ਰੋਜ਼ ਇਨਸਾਨ ਵੱਧਦਾ ਹੈ। ਦਿਨ ਰਵ ਸੱਸੇ, ਦਿਨ ਰਵ ਚੱਲੇ। ਮਹਾਰਾਜ ਦਾ ਬਚਨ ਹੈ ਨਾ, ਦਿਨੇ ਸੂਰਜ ਗਮਨ ਕਰਦਾ, ਰਾਤ ਨੂੰ ਚੰਦਰਮਾ ਚੱਲਦਾ, ਤਾਰਕਾ ਲੱਖ ਪਲੋਏ ਤਾਰੇ, ਸਭ ਕੁਝ ਤੁਰਿਆ ਹੀ ਫਿਰਦਾ। ਇਹ ਜਿੰਨੀ ਸ੍ਰਿਸ਼ਟੀ ਬਣਾਈ ਹੈ ਨਾ ਪਰਮਾਤਮਾ ਨੇ, ਇਹੋ ਜਿਹਾ ਇਹਨਾਂ ਨੂੰ ਚਾਰਜ ਕੀਤਾ ਵੀ ਸਾਰੀ ਸ੍ਰਿਸ਼ਟੀ ਨੱਚਦੀ ਪਈ ਹੈ। ਨੱਚਣ ਤੋਂ ਭਾਵ ਹੈ ਵੀ ਹਰਕਤ ਕਰਦੀ ਪਈ ਹੈ। ਹਰ ਵੇਲੇ ਕੁਝ ਨਾ ਕੁਝ ਸਾਰੀ ਦੁਨੀਆ 'ਤੇ ਹੋ ਹੀ ਜਾ ਰਿਹਾ ਹੈ, ਇਹ ਰੁਕ ਨਹੀਂ ਸਕਦਾ। ਹਰ ਹਰ ਨਾਚੰਤੀ ਨਾਚਨਾ, ਇਹ ਹਰ ਪ੍ਰਕਾਰ ਦੀ ਸ੍ਰਿਸ਼ਟੀ ਹਰ ਵੇਲੇ ਨੱਚਦੀ ਪਈ ਹੈ, ਹਰਕਤ ਵਿੱਚ ਹੈ। ਇਹ ਸ਼ਾਖ ਮਤ ਵਾਲੇ ਕਹਿਣ ਲੱਗੇ ਕ੍ਰਿਸ਼ਨਾ ਤੇ ਜਾਨੋ। ਕ੍ਰਿਸ਼ਨਾ ਤੋਂ ਭਾਵ ਹੈ ਕ੍ਰਿਸ਼ਤਾਈ। ਕਹਿਣ ਲੱਗੇ ਭਾਈ ਕ੍ਰਿਸ਼ਤਾਈ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ। ਜਿਸ ਪਰਮਾਤਮਾ ਦੇ ਵਿੱਚ ਮਾਇਆ ਦੀ ਮੈਲ ਨਹੀਂ ਹੈ, ਉਹ ਜਿਹੜਾ ਪਰਮਾਤਮਾ ਹੈ ਉਹ ਸ੍ਰਿਸ਼ਟੀ ਪੈਦਾ ਕਰਨ ਵਾਲਾ, ਉਹ ਪ੍ਰਧਾਨ ਹੈ, ਉਹ ਮੁਖੀਆ ਹੈ। ਇਹ ਬਚਨ ਉਹਨਾਂ ਨੇ ਵੀ ਲਿਖੇ ਨੇ ਵੀ ਸ੍ਰਿਸ਼ਟੀ ਇਸ ਤਰ੍ਹਾਂ ਪੈਦਾ ਹੋਈ ਹੈ। ਬਖਸ਼ਿਸ਼ ਕਰਦੇ ਹਨ। ਪਹਿਲ ਪੁਰਸਾਇਬਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਹਿਲ ਪੁਰਸਾ ਬਿਰਾ। ਪੁਰਸਾ ਪਾਠ ਵੱਖਰਾ, ਬਿਰਾ ਪਾਠ ਵੱਖਰਾ। ਪੁਰਸਾ ਬਿਰਾ। ਹੁਣ ਵਿਦਾਂਤ ਮਤ ਦੀ ਗੱਲ ਕਰਦੇ। ਵਿਦਾਂਤੀਆਂ ਦਾ ਆਪਣਾ ਮਤ ਹੈ, ਉਹਨਾਂ ਦੇ ਆਪਣੇ ਗ੍ਰੰਥ ਨੇ, ਉਹਨਾਂ ਦੀ ਆਪਣੀ ਵਿਚਾਰ ਹੈ। ਵਿਦਾਂਤੀਏ ਕਹਿਣ ਲੱਗੇ ਪਹਿਲੇ ਪੁਰਸਾ, ਸਾਰਿਆਂ ਤੋਂ ਪਹਿਲਾਂ ਪੁਰਸਾ ਕਹੀਏ ਪਰਮਾਤਮਾ ਨੇ, ਬਿਰਾ ਕਹੀਏ ਬਾਣੀ ਬਣਾਈ ਹੈ। ਵਿਦਾਂਤੀ ਨਹੀਂ ਮੰਨਦੇ ਵੀ ਕਮਲ ਦਾ ਫੁੱਲ ਪਹਿਲਾਂ ਪੈਦਾ ਹੋਇਆ ਕਿ ਪਹਿਲਾਂ ਵਿਸ਼ਨੂੰ ਪੈਦਾ ਹੋਇਆ। ਕਹਿਣ ਲੱਗੇ ਨਹੀਂ, ਪਹਿਲਾਂ ਬਾਣੀ ਪੈਦਾ ਹੋਈ ਹੈ। ਬਚਨ, ਅਲਫਾਜ਼, ਬੋਲ ਪਹਿਲਾਂ ਪੈਦਾ ਹੋਇਆ। ਬਚਨ ਆਪਾਂ ਪੜ੍ਹਦੇ ਹਾਂ ਨਾ, ਓਅੰਕਾਰ ਤੇ ਬਰਮਾ ਉਤਪਤ। ਇਹ ਵੀ ਬਚਨ ਆਉਂਦਾ ਹੈ ਵੀ ਪਰਮਾਤਮਾ ਨੇ ਓਅੰਕਾਰ ਆਖਿਆ, ਉਹਦੇ ਤੋਂ ਸਭ ਕੁਝ ਬਣਿਆ। ਬਰਮਾ ਵੀ ਬਣਿਆ, ਜੋ ਵੀ ਸ੍ਰਿਸ਼ਟੀ ਹੈ ਉਹਦੇ ਤੋਂ ਬਣ ਗਈ ਹੈ। ਵਿਦਾਂਤ ਮਤ ਵਾਲਿਆਂ ਦਾ ਆਪਣਾ ਵਿਚਾਰ ਹੈ। ਉਹ ਕਹਿਣ ਲੱਗੇ ਵੀ ਕਮਲ ਦੇ ਫੁੱਲ ਤੋਂ ਪਹਿਲਾਂ ਬਾਣੀ ਬਣੀ ਹੈ। ਜੇ ਬਾਣੀ ਅਲਫਾਜ਼ ਨਿਕਲਿਆ ਤੇ ਤਾਂ ਹੀ ਕਮਲ ਦਾ ਫੁੱਲ ਬਣਿਆ। ਅਸੀਂ ਨਹੀਂ ਇਸ ਗੱਲ ਨੂੰ ਮੰਨਦੇ ਵੀ ਕਮਲ ਦਾ ਫੁੱਲ ਸਭ ਤੋਂ ਪਹਿਲਾਂ ਬਣਿਆ ਜਾਂ ਕਮਲ ਦੇ ਫੁੱਲ ਤੋਂ ਪਹਿਲਾਂ ਵਿਸ਼ਨੂੰ ਬਣਿਆ। ਅਸੀਂ ਤੇ ਇਹ ਗੱਲ ਕਹਿੰਦੇ ਆ ਸਭ ਤੋਂ ਪਹਿਲਾਂ ਅਲਫਾਜ਼ ਬਣਿਆ, ਸ਼ਬਦ ਬਣਿਆ, ਬੋਲ ਬਣਿਆ। ਓਅੰਕਾਰ ਸੇ ਬਰਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭੈ, ਓਅੰਕਾਰ ਵੇਦ ਨਿਰਮੈ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਚਨ ਲਿਖੇ ਵੀ ਓਅੰਕਾਰ ਦੀ ਧੁਨੀ ਤੋਂ, ਸ਼ਬਦ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ। ਪਹਿਲ ਪੁਰਸਾ ਬਿਰਾ। ਪਹਿਲ ਕਹਿੰਦੇ ਪਹਿਲੇ, ਪੁਰਸਾ ਕਹੀਏ ਪਰਮਾਤਮਾ ਨੇ, ਬਿਰਾ ਕਹੀਏ ਬਾਣੀ ਉਚਾਰੀ ਹੈ, ਸ਼ਬਦ ਉਚਾਰਿਆ, ਬੋਲ ਉਚਾਰਿਆ। ਉਹਦੇ ਤੋਂ ਫਿਰ ਇਹ ਸਾਰੀ ਜਿਹੜੀ ਸ੍ਰਿਸ਼ਟੀ ਹੈ ਉਸ ਦਾ ਕਥਨ ਹੋਇਆ ਹੈ। ਅਥੋਨ ਪੁਰਸਾ ਦਮਰਾ। ਸੋ ਅਥੋਨ ਪੁਰਸਾ ਦਮਰਾ। ਪੁਰਸਾ ਪਾਠ ਵੱਖਰਾ ਹੈ, ਦਮਰਾ ਪਾਠ ਵੱਖਰਾ ਹੈ। ਕਹਿਣ ਲੱਗੇ ਵਿਦਾਂਤ ਮਤ ਵਾਲੇ ਅਥੋਨ ਤੋਂ ਭਾਵ ਹੁੰਦਾ ਤਿਸ ਤੋਂ, ਉਪਰੰਤ ਪੁਰਸਾ ਪਰਮਾਤਮਾ ਨੇ, ਦਮਰਾ ਕਹੀਏ ਮਾਇਆ ਬਣਾਈ ਹੈ। ਪਰਮਾਤਮਾ ਨੇ ਮਾਇਆ ਬਣਾਈ ਹੈ। ਅਥੋਨ ਤਿਸ ਤੋਂ, ਕਿਹਦੇ ਤੋਂ? ਬਾਣੀ ਤੋਂ। ਬਾਣੀ ਤੋਂ ਬਣੀ ਮਾਇਆ ਤੇ ਮਾਇਆ ਤੋਂ ਬਣਿਆ ਸੰਸਾਰ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ।
ਇਹ ਮਹਾਰਾਜ ਨੇ ਬਚਨ ਲਿਖੇ ਨੇ ਵੀ ਮਾਇਆ ਤੋਂ ਸੰਸਾਰ ਬਣਿਆ। ਵੇਦਾਂਤੀਆਂ ਦਾ ਮਤ ਆਪਣਾ ਹੈ, ਉਹ ਆਖਦੇ ਭਾਈ ਸ਼ਬਦ ਨਿਕਲਿਆ, ਸ਼ਬਦ ਤੋਂ ਮਾਇਆ ਬਣੀ, ਮਾਇਆ ਤੋਂ ਅੱਗੇ ਦੇਵਤੇ ਬਣੇ, ਤੇ ਦੇਵਤਿਆਂ ਨੇ ਅੱਗੇ ਦੁਨੀਆ ਬਣਾਈ ਹੈ, ਸੰਸਾਰ ਬਣਾਇਆ। ਇਹ ਉਹ ਆਪਣਾ ਵਿਚਾਰ ਦਿੰਦੇ ਨੇ, ਆਪੋ ਆਪਣੇ ਮਤ ਨੇ, ਆਪੋ ਆਪਣੇ ਗ੍ਰੰਥ ਨੇ, ਆਪੋ ਆਪਣੀ ਸੋਚ ਹੈ, ਆਪੋ ਆਪਣੀ ਵਿਚਾਰ ਹੈ। ਗਿਆਨੀ ਕੋ ਗਿਆਨੀ ਮਿਲੇ ਕਰੇ ਗਿਆਨ ਕੀ ਬਾਤ, ਗਧੇ ਕੋ ਗਧਾ ਮਿਲੇ ਦੇ ਲਾਤ ਪੇ ਲਾਤ। ਅਣਜਾਣ ਵਿਅਕਤੀ ਘੱਟ ਪੜ੍ਹਿਆ ਲਿਖਿਆ ਜਦੋਂ ਲੜੇਗਾ ਉਹ ਡੰਡੇ ਸੋਟੇ ਦੀ ਗੱਲ ਕਰੇਗਾ, ਗਧੇ ਨਾਲ ਗਧਾ ਮਿਲ ਜਾਵੇ ਤੇ ਇੱਕ ਦੂਜੇ ਨੂੰ ਲੱਤਾਂ ਹੀ ਮਾਰਦੇ, ਦੁਲੱਤਾਂ ਮਾਰਦੇ। ਪਰ ਜਿਹੜੇ ਗਿਆਨੀ ਪੁਰਸ਼ ਹੁੰਦੇ ਨੇ ਉਹਨਾਂ ਦੀ ਵਿਚਾਰ ਹੁੰਦੀ ਹੈ, ਉਹਨਾਂ ਦੀ ਜਿਹੜੀ ਵਿਚਾਰ ਹੈ ਉਹ ਵਿਚਾਰਾਂ ਦੇ ਉੱਪਰ ਹੁੰਦੀ ਹੈ। ਆਪਣਾ ਪੱਖ ਰੱਖਣਾ, ਦੂਜੇ ਦਾ ਪੱਖ ਸੁਣਨਾ। ਵੇਦਾਂਤੀ ਆਖਦੇ ਵੀ ਅਸੀਂ ਨਹੀਂ ਮੰਨਦੇ ਕਮਲ ਦਾ ਫੁੱਲ ਬਣਿਆ, ਅਸੀਂ ਤੇ ਇਹ ਮੰਨਦੇ ਹਾਂ ਵੀ ਰੱਬ ਨੇ ਪਹਿਲਾਂ ਬਾਣੀ ਬਣਾਈ ਹੈ, ਰੱਬ ਪਹਿਲਾਂ ਬੋਲਿਆ ਓਅੰਕਾਰ, ਤੇ ਫਿਰ ਉਹਦੇ ਇਸ ਅਲਫਾਜ਼ ਤੋਂ, ਸ਼ਬਦ ਤੋਂ ਅੱਗੇ ਸਭ ਕੁਝ ਬਣਿਆ ਹੈ। ਇਹ ਸਾਡੀ ਵਿਚਾਰ ਹੈ। ਅਥੋਨ ਪੁਰਸਾ ਦਮਰਾ, ਦਮਰਾ ਤੋਂ ਭਾਵ ਦਮੜਾ, ਦਮੜਾ ਕਹਿੰਦੇ ਮਾਇਆ ਨੂੰ, ਕਹਿਣ ਲੱਗੇ ਮਾਇਆ ਤੋਂ ਇਹ ਸੰਸਾਰ ਬਣਿਆ। ਸਾਡੀ ਇਹ ਵਿਚਾਰ ਹੈ। ਬਖਸ਼ਿਸ਼ ਕਰਦੇ ਹਨ। ਅਸਗਾ ਅਸ ਉਸਗਾ, ਅਸਗਾ ਕਹੀਏ ਮਾਇਆ ਨੇ, ਜਿਸ ਵੇਲੇ ਉਸਗਾ ਕਹੀਏ ਪਰਮਾਤਮਾ ਦੇ ਨਾਲ ਮੇਲ ਕੀਤਾ। ਜਦੋਂ ਮਾਇਆ ਪ੍ਰਸੂਤ ਹੋਈ ਨਾ, ਪਰਮਾਤਮਾ ਦੇ ਨਾਲ ਮੇਲ ਹੋਇਆ, ਤੇ ਕਹਿਣ ਲੱਗੇ ਫਿਰ ਉਸ ਮੇਲ ਤੋਂ ਕੀ ਅੱਗੇ ਹੋਇਆ, ਉਹ ਬਖਸ਼ਿਸ਼ ਕਰਦੇ ਹਨ। ਹਰ ਕਾ ਬਾਗਰਾ ਨਾ, ਇਹ ਹਰ ਕਾ ਬਾਗਰਾ ਜਿਹੜਾ ਹੈ ਨਾ, ਇਹ ਸੰਸਾਰ ਰੂਪੀ ਬਾਗ ਪੈਦਾ ਹੋਇਆ। ਬਾਗ ਦੇ ਵਿੱਚ ਬੂਟੇ ਹੁੰਦੇ ਨਾ ਕਈ ਤਰ੍ਹਾਂ ਦੇ, ਉਹਨਾਂ ਨੂੰ ਫੁੱਲ ਲੱਗਦੇ, ਫਲ ਲੱਗਦੇ, ਕਈ ਤਰ੍ਹਾਂ ਦੇ ਪੰਛੀ ਬੈਠਦੇ। ਇਹ ਪ੍ਰਮਾਤਮਾ ਨੇ ਸੰਸਾਰ ਰੂਪੀ ਬਾਗ ਬਣਾਇਆ ਹੈ। ਇਹਦੇ ਵਿੱਚ ਮਨੁੱਖ ਵੀ ਪੈਦਾ ਕੀਤੇ, ਪਸ਼ੂ ਪੰਛੀ ਵੀ ਪੈਦਾ ਕੀਤੇ। ਅਸਗਾ ਅਸ ਉਸਗਾ, ਜੋ ਅਸਗਾ ਮਾਇਆ ਹੈ ਉਹਦੇ ਤੋਂ ਉਸਗਾ ਕਹਿ ਲਈਏ ਪ੍ਰਮਾਤਮਾ ਨੇ। ਅਸ ਕਹੀਏ ਜਦੋਂ ਮਿਲਾਪ ਕੀਤਾ, ਜਦੋਂ ਪ੍ਰਮਾਤਮਾ ਨੇ ਮਾਇਆ ਦੇ ਨਾਲ ਮਿਲਾਪ ਕੀਤਾ, ਹਰਕਾ ਬਾਗਰਾ, ਫਿਰ ਉਹਦੇ ਤੋਂ ਬਣਿਆ ਇਹ ਸੰਸਾਰ ਰੂਪੀ ਬਾਗ। ਇੱਕ ਇਹ ਵਿਚਾਰ ਹੈ। ਇਸੇ ਤਰ੍ਹਾਂ ਮੁਸਲਮਾਨ ਮਤ ਵਾਲੇ ਕਹਿਣ ਲੱਗੇ ਵੀ ਅੱਲਾ ਨੇ, ਖੁਦਾ ਨੇ 5 ਦਿਨ ਸ੍ਰਿਸ਼ਟੀ ਬਣਾਈ ਹੈ, ਲੱਗਾ ਰਿਹਾ ਬਣਾਉਣ ਵਾਸਤੇ, 5-6 ਦਿਨ ਸ੍ਰਿਸ਼ਟੀ ਬਣਾਈ ਹੈ, ਫਿਰ ਉਹ ਥੱਕ ਕੇ ਆਰਾਮ ਕਰਦਾ ਪਿਆ, ਤੇ ਆਰਾਮ ਵਾਲੇ ਦਿਨ ਅਸੀਂ ਛੁੱਟੀ ਕਰ ਲੈਂਦੇ ਹਾਂ ਵੀ ਅਸੀਂ ਵੀ ਆਰਾਮ ਕਰੀਏ, ਖੁਦਾ ਨੇ ਆਰਾਮ ਕੀਤਾ ਤੇ ਅਸੀਂ ਵੀ ਕਰਾਂਗੇ। ਉਹਨਾਂ ਦੀ ਇਹ ਵਿਚਾਰ ਹੈ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਕੀਤਾ ਪਸਾਓ ਏਕੋ ਅਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਗੁਰੂ ਨਾਨਕ ਦੇਵ ਨੂੰ ਪੁੱਛਿਆ, ਮਹਾਰਾਜ ਆਪ ਜੀ ਕੀ ਮੰਨਦੇ ਹੋ? ਕੋਈ ਆਖਦਾ ਕਮਲ ਦਾ ਫੁੱਲ ਪੈਦਾ ਹੋਇਆ, ਕੋਈ ਆਖਦਾ ਪਹਿਲਾਂ ਬਾਣੀ ਪੈਦਾ ਹੋਈ ਹੈ, ਕਿਸੇ ਦਾ ਕੋਈ ਵਿਚਾਰ ਹੈ। ਤੁਸੀਂ ਕੀ ਮੰਨਦੇ ਹੋ ਵੀ ਦੁਨੀਆ ਕਿਵੇਂ ਪੈਦਾ ਹੋਈ ਹੈ? ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ। ਅਸਲ ਵਿੱਚ ਗੱਲ ਇਹ ਹੈ ਵੀ ਦੁਨੀਆ ਬਣੀ ਕਿਵੇਂ ਹੈ ਇਹ ਪਰਮਾਤਮਾ ਜਾਣਦਾ, ਪਰਮਾਤਮਾ ਤੋਂ ਬਿਨਾਂ ਕੋਈ ਜਾਣਦਾ ਹੀ ਨਹੀਂ। ਆਪੋ ਆਪਣੀ ਵਿਚਾਰ ਹੈ, ਜਿਵੇਂ ਮਰਜ਼ੀ ਕੋਈ ਦੇਈ ਜਾਵੇ। ਸਭ ਤੋਂ ਵੱਡੀ ਲੰਮੀ ਉਮਰਾਂ ਦਾ ਦੇਵਤਾ ਸ਼ਿਵ ਜੀ ਹੈ, ਸਭ ਤੋਂ ਲੰਮੀ ਉਮਰਾਂ ਉਹਦੀ ਹੈ। ਕਿਸੇ ਪੁਰਾਣੇ ਬੰਦੇ ਦਾ ਘਰ ਲੱਭਣਾ ਹੋਵੇ ਨਾ, ਲੱਭਦਾ ਨਾ ਹੋਵੇ, ਤੇ ਉਦੋਂ ਆਖੀਦਾ ਵੀ ਕਿਸੇ ਪੁਰਾਣੇ ਬਜ਼ੁਰਗ ਨੂੰ ਪੁੱਛੋ, ਇਹ ਦੱਸੇਗਾ ਵੀ ਇੱਥੇ ਪਹਿਲਾਂ ਕੌਣ ਰਹਿੰਦਾ ਸੀ। ਸਾਨੂੰ ਆਇਆਂ ਨੂੰ 10 ਸਾਲ ਹੋਏ ਨੇ, 20 ਸਾਲ ਹੋਏ ਨੇ, 50 ਸਾਲ ਹੋਏ ਨੇ, ਪਰ ਆਹ ਬਜ਼ੁਰਗ 100 ਸਾਲ ਤੋਂ ਇੱਥੇ ਰਹਿ ਰਿਹਾ, ਇਹਨੂੰ ਪੁੱਛੋ ਵੀ ਇੱਥੇ ਪਹਿਲਾਂ ਕੌਣ ਰਹਿੰਦਾ ਸੀ, ਉਹ ਦੱਸੇਗਾ। ਮਹਾਰਾਜ ਕਹਿਣ ਲੱਗੇ ਬਜ਼ੁਰਗ ਤੇ ਸਭ ਤੋਂ ਫਿਰ ਸ਼ਿਵ ਜੀ ਹੈ, ਲੰਮੀ ਉਮਰਾਂ ਉਹਦੀ ਹੈ। ਉਹਨੂੰ ਪੁੱਛੋ ਜਾ ਕੇ ਵੀ ਦੁਨੀਆ ਕਿਵੇਂ ਬਣੀ ਹੈ। ਤੋ ਪੁੱਛਿਆ ਨਾ ਵੀ ਸ਼ਿਵ ਜੀ ਜੀ ਦੱਸੋ, ਤੁਹਾਡੀ ਲੰਮੀ ਉਮਰਾਂ, ਤੁਸੀਂ ਬਜ਼ੁਰਗ ਹੋ, ਵੱਡੇ ਹੋ, ਦੁਨੀਆ ਕਿਵੇਂ ਬਣੀ? ਉਹਨੇ ਨਾਂ ਦੇ ਵਿੱਚ ਸਿਰ ਮਾਰਿਆ ਵੀ ਮੈਨੂੰ ਨਹੀਂ ਪਤਾ ਕਿਵੇਂ ਬਣੀ। ਥਿਤ ਵਾਰ ਨਾ ਜੋਗੀ ਜਾਣੈ, ਜੋਗੀ ਕਹੀਏ ਸ਼ਿਵ ਜੀ, ਨਾ ਥਿਤ ਜਾਣਦਾ ਵੀ ਕਿਹੜੀ ਹੈ, ਨਾ ਉਹਨੂੰ ਵਾਰ ਦਾ ਪਤਾ ਵੀ ਵਾਰ ਕਿਹੜਾ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਰੁੱਤ ਕਿਹੜੀ ਸੀ, ਮਹੀਨਾ ਕਿਹੜਾ ਸੀ, ਇਹ ਵੀ ਨਹੀਂ ਪਤਾ।
ਪਤਝੜ ਸੀ ਕਿ ਬਸੰਤ ਸੀ, ਗਰਮੀ ਹੈ ਕਿ ਸਰਦੀ ਹੈ, ਪਤਾ ਨਹੀਂ ਵੀ ਦੁਨੀਆ ਬਣੀ ਕਦੋਂ ਹੈ। ਰੁੱਤ ਮਾਹ ਮਹੀਨਾ ਕਿਹੜਾ, ਜਨਵਰੀ ਦਾ, ਫਰਵਰੀ ਦਾ, ਕਹਿ ਲਈਏ ਅੱਸੂ ਦਾ, ਕੱਤੇ ਦਾ, ਨਾ ਉਹਨੂੰ ਮਹੀਨੇ ਦਾ ਪਤਾ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ ਜਾਂ ਕਰਤਾ, ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ। ਉਹ ਆਪ ਹੀ ਜਾਣਦਾ ਵੀ ਮੈਂ ਕਦੋਂ ਬਣਾਈ ਹੈ, ਕਿਹੜਾ ਵਾਰ ਤੇ ਕਿਹੜਾ ਦਿਨ ਹੈ, ਕਿਹੜਾ ਮੌਸਮ ਤੇ ਕਿਹੜਾ ਮਹੀਨਾ, ਉਹਦੇ ਬਿਨਾਂ ਜਾਣਦਾ ਕੋਈ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਪੁੱਛਿਆ, ਫਿਰ ਪਾਤਸ਼ਾਹ ਜੀ ਆਪਣਾ ਵਿਚਾਰ ਆਪ ਜੀ ਬਖਸ਼ਿਸ਼ ਕਰੋ ਵੀ ਕਿਵੇਂ ਬਣੀ ਹੈ। ਮਹਾਰਾਜ ਕਹਿਣ ਲੱਗੇ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ। ਲੱਖ ਪਰਮਾਤਮਾ ਨੇ ਏਕੋ ਕਵਾਓ, ਇੱਕੋ ਹੀ ਬਚਨ ਆਖਿਆ ਮੂੰਹ ਤੋਂ, ਓੰਕਾਰ। ਇਹਦੇ ਤੋਂ ਹੀ ਕੀਤਾ ਪਸਾਓ, ਸਾਰਾ ਸੰਸਾਰ ਦਾ ਪਸਾਰਾ ਬਣਾ ਦਿੱਤਾ। ਬਸ ਇਹ ਲਫ਼ਜ਼ ਕਿਹਾ ਤੇ ਦੁਨੀਆ ਉਸੇ ਵੇਲੇ ਬਣ ਗਈ ਹੈ। ਉਹਨੂੰ 5 ਦਿਨ ਨਹੀਂ ਲੱਗੇ, ਉਹਨੂੰ 6 ਦਿਨ ਨਹੀਂ ਲੱਗੇ। ਉਹ ਥੱਕ ਨਹੀਂ ਗਿਆ ਵੀ ਹੁਣ ਮੈਂ ਸੌ ਜਾਵਾਂ। ਪਰਮਾਤਮਾ ਨੇ ਕਿ ਸ਼ਬਦ ਦੇ ਨਾਲ ਦੁਨੀਆ ਬਣਾ ਦਿੱਤੀ ਹੈ। ਉਹ ਐਡਾ ਤਾਕਤਵਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਭ ਤੋਂ ਸ਼ਕਤੀਸ਼ਾਲੀ, ਸਭ ਤੋਂ ਤਾਕਤਵਰ ਪਰਮਾਤਮਾ ਨੂੰ ਆਖਿਆ। ਉਹ ਇੰਨਾ ਤਾਕਤ ਵਾਲਾ, ਹਰਨ ਭਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ। ਸਾਨੂੰ ਅੱਖ ਨੂੰ ਖੋਲ੍ਹਣ ਤੇ ਮੀਟਣ ਦਾ ਵੀ ਹੋ ਸਕਦਾ ਸਮਾਂ ਲੱਗ ਜਾਵੇ। ਇਹਦੇ ਤੋਂ ਪਹਿਲਾਂ ਉਹ ਦੁਨੀਆ ਬਣਾਉਣ ਦੀ ਸਮਰੱਥਾ ਵੀ ਰੱਖਦਾ ਹੈ। ਇੰਨੇ ਸਮੇਂ 'ਚ ਦੁਨੀਆ ਖਤਮ ਕਰਨ ਦੀ ਵੀ ਸਮਰੱਥਾ ਰੱਖਦਾ, ਐਡਾ ਤਾਕਤ ਵਾਲਾ। ਕਹਿਣ ਲੱਗੇ ਭਾਈ, ਉਸ ਪਰਮਾਤਮਾ ਨੇ ਇਸ ਤਰ੍ਹਾਂ ਇਹ ਦੁਨੀਆ ਬਣਾਈ ਹੈ, ਇਸ ਤਰ੍ਹਾਂ ਦੁਨੀਆ ਬਣੀ ਹੈ। ਗੁਰਮੁਖੋ, ਇਹ ਵੱਖ-ਵੱਖ ਮਤਾਂ ਦੇ ਵੱਖਰੇ ਵੱਖਰੇ ਵਿਚਾਰ ਨੇ। ਗ੍ਰੰਥਕਾਰਾਂ ਨੇ ਗ੍ਰੰਥਾਂ ਵਿੱਚ ਲਿਖੇ ਵੀ ਦੁਨੀਆ ਇਸ ਤਰ੍ਹਾਂ ਬਣੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਆਪਾਂ ਨੂੰ ਇਹ ਗਿਆਨ ਦੇ ਰਹੇ ਨੇ। ਜਦੋਂ ਇਹ ਬਚਨ ਸੁਣੇ ਨਾ ਭਗਤ ਨਾਮਦੇਵ ਨੇ, ਤੇ ਭਗਤ ਨਾਮਦੇਵ ਨੇ ਫਿਰ ਪੁੱਛਿਆ ਆਪਣੇ ਗੁਰੂ ਗਿਆਨਦੇਵ ਨੂੰ, ਕਹਿਣ ਲੱਗੇ ਜੀ ਤੁਹਾਡੇ ਮਤ ਮੁਤਾਬਕ ਕਿਹੜਾ ਮਤ ਸਹੀ ਹੈ? ਤੁਸੀਂ ਕਿਹਨੂੰ ਸਹੀ ਮੰਨਦੇ ਹੋ? ਕਮਲ ਤੋਂ ਪੈਦਾ ਹੋਇਆ ਕਿ ਕਮਲ ਵਿਸ਼ਨੂੰ ਤੋਂ ਪੈਦਾ ਹੋਇਆ? ਕਿਵੇਂ ਕਿ ਬਾਣੀ ਤੋਂ ਪੈਦਾ ਕੀ ਹੋਇਆ? ਆਪ ਜੀ ਦੱਸੋ ਵੀ ਤੁਹਾਡਾ ਕੀ ਵਿਚਾਰ ਹੈ। ਤੇ ਗੁਰੂ ਗਿਆਨਦੇਵ ਜੀ ਕਹਿਣ ਲੱਗੇ ਨਾਮਦੇਵ, ਤੈਨੂੰ ਪਹਿਲੇ ਹੀ ਕਿਹਾ ਸੀ ਵੀ ਜਗਤ ਦੀ ਉਤਪਤੀ ਕਈ ਕਾਰਨਾਂ ਕਰਕੇ ਮੰਨੀ ਜਾਂਦੀ ਹੈ। ਇੱਕ ਕਾਰਨ ਕੋਈ ਵੀ ਨਹੀਂ ਹੈ। ਕਈ ਕਾਰਨ ਨੇ ਦੁਨੀਆ ਨੂੰ ਪੈਦਾ ਹੋਣ ਦੇ, ਦੁਨੀਆ ਨੂੰ ਮੰਨਣ ਦੇ। ਇਹ ਕਹਿਣ ਲੱਗੇ ਉਸ ਵੇਲੇ ਫਿਰ ਭਗਤ ਨਾਮਦੇਵ ਜੀ ਨਾ, ਇਹ ਜਿਹੜਾ ਸ਼ਬਦ ਆਪਾਂ ਸਰਵਨ ਕਰ ਰਹੇ ਹਾਂ, ਇਹਨੂੰ ਸ਼ੁਰੂ ਤੋਂ ਫਿਰ ਬਖਸ਼ਿਸ਼ ਕਰਦੇ। ਨਾਮਦੇਵ ਜੀ ਆਖਦੇ ਹਨ, ਪਹਿਲ ਪੁਰੀਏ ਪੁੰਡਰਕ ਵਨਾ। ਕਹਿਣ ਲੱਗੇ ਪੁਰੀਏ ਤੋਂ ਭਾਵ ਜਿਹੜਾ ਪੂਰਨ ਪਰਮਾਤਮਾ ਹੈ, ਉਹਦੇ ਤੋਂ ਪਹਿਲੇ ਕਵਨਾ ਕੌਣ ਪੁੰਡਰ ਪ੍ਰਕਾਸ਼ਿਆ? ਇਹ ਸਵਾਲ ਹੈ ਨਾ। ਪਰਮਾਤਮਾ ਤੋਂ ਪਹਿਲਾਂ ਕੌਣ ਬਣਿਆ? ਇਹ ਵੱਡਾ ਸਵਾਲ ਹੈ, ਡੂੰਘਾਈ ਵਾਲਾ ਹੈ। ਤਾਂ ਗੁਰੂ ਗਿਆਨਦੇਵ ਜੀ ਨੇ ਆਖਿਆ, ਕਹਿਣ ਲੱਗੇ ਤੂੰ ਦੱਸ ਵੀ ਤੇਰੇ ਮਨ ਵਿੱਚ ਕੀ ਹੈ, ਤੂੰ ਕਿਹਨੂੰ ਮੰਨਦਾ ਕਿ ਕੌਣ ਬਣਿਆ ਪਹਿਲਾਂ? ਪਹਿਲ ਪੁਰੀਏ ਪੁੰਡਰਕ ਵਣਾ। ਪੁਰੀਏ ਕਹੀਏ ਜਿਹੜਾ ਪੂਰਨ ਪਰਮਾਤਮਾ ਹੈ, ਉਹਦੇ ਤੋਂ ਕੌਣ ਪੁੰਡਰ ਬਣਿਆ, ਇਹ ਦੱਸਣਾ ਕਰੋ। ਤੇ ਫਿਰ ਗੁਰੂ ਨੇ ਸਵਾਲ ਚੇਲੇ ਅੱਗੇ ਰੱਖ ਦਿੱਤਾ। ਕਹਿਣ ਲੱਗੇ ਨਾਮਦੇਵ ਤੂੰ ਦੱਸ ਵੀ ਤੂੰ ਕੀ ਮੰਨਦਾ ਹੈ? ਤਾਂ ਜੇ ਹੰਸਾ ਸਗਲੇ ਜਨਾ। ਨਾਮਦੇਵ ਨੇ ਆਖਿਆ, ਕਹਿਣ ਲੱਗੇ ਜੀ ਮੈਂ ਤੇ ਇਹ ਨਿਸ਼ਚੈ ਕੀਤਾ ਵੀ ਤਿਸ ਪੂਰਨ ਪਰਮਾਤਮਾ ਤੋਂ ਹੰਸ ਵਾਹਣ ਵਾਲਾ ਬ੍ਰਹਮਾ ਬਣਿਆ ਹੈ। ਬ੍ਰਹਮਾ ਤੋਂ ਅੱਗੇ ਸਾਰੇ ਲੋਕ ਪੈਦਾ ਹੋਏ। ਜਦੋਂ ਇਹ ਸਵਾਲ ਸੁਣਿਆ ਨਾ, ਜਵਾਬ ਸੁਣਿਆ, ਤੇ ਫਿਰ ਨਾਮਦੇਵ ਦੇ ਗੁਰੂ ਕਹਿਣ ਲੱਗੇ ਨਹੀਂ, ਇਹ ਮਤ ਠੀਕ ਨਹੀਂ ਹੈ, ਤੇਰੀ ਇਹ ਵਿਚਾਰ ਠੀਕ ਨਹੀਂ ਹੈ ਨਾਮਦੇਵ, ਇਹ ਗੱਲ ਤੂੰ ਠੀਕ ਨਹੀਂ ਕਹੀ ਹੈ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਇਹ ਜਿਹੜੀ ਨਾਚੰਤੀ ਸ੍ਰਿਸ਼ਟੀ ਹੈ ਨਾ, ਇਹ ਜਿਹੜੀ ਨੱਚਦੀ ਪਈ ਹੈ, ਇਹ ਨੱਚਦੀ ਕਿਵੇਂ ਪਈ ਹੈ? ਸਾਰੀ ਕ੍ਰਿਸ਼ਨਾ ਤੇ, ਕ੍ਰਿਸ਼ਨਾ ਕਹੀਏ ਮਾਇਆ ਸਬਲ ਤੋਂ ਜਨ ਨਾ ਕਰੋ, ਮਾਇਆ ਤੋਂ ਜਣੋ ਵੀ ਇਹ ਸ੍ਰਿਸ਼ਟੀ ਮਾਇਆ ਕਰਕੇ ਨੱਚਦੀ ਪਈ ਹੈ। ਇਸ ਗੱਲ ਨੂੰ ਆਪਣੇ ਮਨ ਵਿੱਚ ਜਾਣ ਲੈਣਾ ਕਰ, ਇਸ ਗੱਲ ਦੀ ਆਪਣੇ ਮਨ ਵਿੱਚ ਵਿਚਾਰ ਕਰ। ਜਿਸ ਮਾਇਆ ਤੋਂ ਸਾਰੇ ਜਗਤ ਦੀ ਉਤਪਤੀ ਹੋਈ ਹੈ, ਉਸ ਦੀ ਪ੍ਰਾਪਤੀ ਕਿਵੇਂ ਹੋਵੇ?
ਇਹ ਦੂਜਾ ਸਵਾਲ ਹੈ। ਚਲੋ ਮੰਨ ਲਿਆ ਵੀ ਮਾਇਆ ਤੋਂ ਦੁਨੀਆ ਬਣੀ ਹੈ, ਪਰ ਉਸ ਮਾਇਆ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਪਹਿਲਪੁਰ ਸਾਹਿਬਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਚਨ ਹੈ ਗੁਰਮੁਖਾ ਪਹਿਲ ਪੁਰੀਏ ਪੁੰਡਰਕ ਵਨ। ਸਭ ਸਾਧਨਾ ਤੋਂ ਪਹਿਲਾਂ ਅੰਤঃਕਰਨ ਨੂੰ ਪੁਰੀਏ ਕਹੀਏ ਸਾਫ਼ ਕਰ। ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਇਹ ਸਵਾਲ ਬਣਿਆ ਸੀ ਨਾ ਵੀ ਜਿਹਨੇ ਦੁਨੀਆ ਬਣਾਈ ਉਹ ਪੈਦਾ ਕਿਵੇਂ, ਪ੍ਰਾਪਤ ਕਿਵੇਂ ਹੋਵੇ? ਨਾਮਦੇਵ ਨੇ ਪੁੱਛਿਆ ਆਪਣੇ ਗੁਰੂ ਨੂੰ। ਵਿਚਾਰਾਂ ਡੂੰਘੀਆਂ ਨੇ, ਮਨ ਨੂੰ ਪੂਰਾ ਟਿਕਾਵਾਂਗੇ, ਧਿਆਨ ਨੂੰ ਪੂਰਾ ਟਿਕਾਵਾਂਗੇ, ਫਿਰ ਸਮਝ ਪੈ ਜਾਏਗੀ। ਉਸ ਵੇਲੇ ਗੁਰੂ ਗਿਆਨਦੇਵ ਜੀ ਕਹਿਣ ਲੱਗੇ, ਪਹਿਲ ਪੁਰੀਏ, ਸਭ ਸਾਧਨਾ ਤੋਂ ਪਹਿਲੇ ਅੰਤঃਕਰਨ ਰੂਪੀ ਪੁਰੀ ਨੂੰ ਸਾਫ਼ ਕਰ। ਤੇਰਾ ਅੰਤঃਕਰਨ ਸਾਫ਼ ਹੋਣਾ ਚਾਹੀਦਾ। ਭਰੀਐ ਮਤ ਪਾਪਾਂ ਕੈ ਸੰਗ। ਇਹ ਜਿਹੜੀ ਤੇਰੀ ਮਤ ਦੇ ਵਿੱਚ ਪਾਪ ਨੇ, ਪਾਪਾਂ ਕਰਕੇ ਤੇਰਾ ਅੰਤঃਕਰਨ ਮੈਲਾ ਹੈ, ਇਸ ਮੈਲ ਨੂੰ ਪਰੇ ਕਰ, ਦੂਰ ਕਰ। ਅੰਤঃਕਰਨ ਹਿਰਦੇ ਨੂੰ ਸਾਫ਼ ਕਰ। ਇਹ ਕਹਿਣ ਲੱਗੇ ਪੁੰਡਰਕ ਵਣਾ, ਕਮਲ ਫੁੱਲ ਦੇ ਵਣਾ ਰੰਗ ਵਾਂਗ ਚਿੱਟਾ ਕਰ। ਜਿਵੇਂ ਕਮਲ ਦਾ ਫੁੱਲ ਚਿੱਟਾ ਹੁੰਦਾ ਨਾ, ਸਫੈਦ ਹੁੰਦਾ, ਇਸ ਤਰ੍ਹਾਂ ਆਪਣੇ ਮਨ ਨੂੰ ਸਫੈਦ ਕਰ। ਇਹਦੇ ਵਿੱਚੋਂ ਮੈਲਾਂ ਕਾਲਖ ਪਰੇ ਕਰ। ਵਿਕਾਰਾਂ ਦੀ, ਸੰਸਾਰੀ ਪਦਾਰਥਾਂ ਦੀ, ਵਸਤੂਆਂ ਦੀ ਕਾਲਖ ਨੂੰ ਪਰੇ ਕਰ, ਦੂਰ ਕਰ, ਜੇ ਇਸ ਨੂੰ ਪਾਉਣਾ ਚਾਹੁੰਦਾ ਹੈ। ਅਥੋਨ ਪੁਰਸਾਦ ਮਰਾ। ਉਹ ਕਹਿਣ ਲੱਗੇ, ਦੂਜਾ ਬਚਨ ਉਹਨਾਂ ਨੇ ਫਿਰ ਬਚਨ ਕੀਤਾ, ਤਾਂ ਚੇ ਹੰਸਾ ਸਗਲੇ ਜਨਾ। ਜਦੋਂ ਤੇਰਾ ਅੰਤঃਕਰਨ ਸ਼ੁੱਧ ਹੋ ਜਾਏਗਾ ਨਾ, ਸਾਫ਼ ਹੋ ਜਾਏਗਾ, ਤੇ ਫਿਰ ਤਿਸ ਤੋਂ ਉਪਰੰਤ ਸਾਰਿਆਂ ਮਹਾਤਮਾ ਜਨਾਂ ਦੀ ਸਤ ਸੰਗਤ ਵਿੱਚ ਮਿਲ। ਤਾਂ ਚੇ, ਤਿਸ ਤੋਂ ਉਪਰੰਤ ਮੰਨ ਲਓ ਹਿਰਦਾ ਸ਼ੁੱਧ ਹੋ ਗਿਆ ਨਾ, ਸਾਫ਼ ਹੋ ਗਿਆ, ਫਿਰ ਸਤ ਸੰਗਤ ਵਿੱਚ ਮਿਲ, ਜਾਂ ਜਿਹੜੇ ਮਹਾਤਮਾ ਗੁਰਮੁਖ ਨੇ ਉਹਨਾਂ ਦੀ ਸੰਗਤ ਵਿੱਚ ਮਿਲ। ਜਦੋਂ ਮਿਲੇਗਾ, ਮਿਲ ਕੇ ਹੰਸ ਵਾਂਗ ਤੇਰੀ ਮੱਤ ਬਣ ਜਾਏਗੀ। ਕਿਵੇਂ ਬਣ ਜਾਏਗੀ? ਹੰਸ ਦੇ ਅੱਗੇ ਦੁੱਧ ਪਾ ਕੇ ਰੱਖਿਆ, ਦੁੱਧ ਵਿੱਚ ਪਾਣੀ ਪਾ ਦਿੱਤਾ ਹੈ, ਪਰ ਹੰਸ ਵਿੱਚ ਇਹ ਤਾਕਤ ਹੈ, ਉਹ ਪਾਣੀ ਨੂੰ ਵੱਖਰਾ ਕਰ ਦਿੰਦਾ, ਦੁੱਧ ਨੂੰ ਵੱਖਰਾ ਕਰ ਦਿੰਦਾ ਹੈ। ਜਦੋਂ ਤੂੰ ਮਹਾਤਮਾ ਦੀ ਸੰਗਤ ਵਿੱਚ ਬੈਠੇਗਾ, ਤੇਰੀ ਬਿਰਤੀ ਹੰਸ ਵਰਗੀ ਹੋ ਜਾਏਗੀ। ਹੰਸ ਵਰਗੀ ਬਿਰਤੀ ਦੇ ਨਾਲ ਗੁਰਮੁਖਾ ਆਤਮਾ ਤੇ ਅਨਾਤਮਾ ਦਾ ਤੂੰ ਵਿਚਾਰ ਕਰਨਾ ਸਿੱਖ ਜਾਏਗਾ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਸਰੀਰ ਕੀ ਹੈ, ਮੈਂ ਦੁਨੀਆ ਤੇ ਕਿਉਂ ਆਇਆ, ਇਹ ਵਿਚਾਰ ਤੈਨੂੰ ਪ੍ਰਾਪਤ ਹੋਵੇਗੀ। ਇਹ ਤੈਨੂੰ ਸਮਝ ਪੈ ਜਾਏਗੀ। ਆਤਮਾ ਤੇ ਅਨਾਤਮਾ ਦੇ ਜਿਹੜੇ ਵਿਚਾਰ ਨੇ ਉਹ ਵਿਵੇਕ ਬੁੱਧੀ ਦੇ ਨਾਲ ਪ੍ਰਾਪਤ ਹੋ ਜਾਣਗੇ। ਵਿਵੇਕ ਬੁੱਧ ਮਿਲ ਜਾਏਗੀ, ਇਹ ਤੈਨੂੰ ਸਮਝ ਪੈ ਜਾਏਗੀ। ਇਹ ਬਚਨ ਉਹਨਾਂ ਨੇ ਬਚਨ ਜਿਹੜੇ ਨੇ ਉਹ ਬਖਸ਼ਿਸ਼ ਕੀਤੇ। ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਤੈਨੂੰ ਸਮਝ ਪੈ ਜਾਏਗੀ ਉਹ ਜੋ ਪਰਮਾਤਮਾ ਹੈ, ਉਹਦੇ ਤੋਂ ਕਹਿਣ ਲੱਗੇ ਜਿਹੜੀ ਸ੍ਰਿਸ਼ਟੀ ਪੈਦਾ ਹੋਈ ਨੱਚ ਰਹੀ ਹੈ, ਇਹ ਸਭ ਮਾਇਆ ਮਾਤਰ ਹੈ, ਭਾਵ ਕਿ ਇਹ ਝੂਠੀ ਹੈ। ਫਿਰ ਸਮਝ ਪਵੇਗੀ ਵੀ ਇਹ ਮਾਇਆ ਵੀ ਝੂਠੀ ਹੈ, ਸ੍ਰਿਸ਼ਟੀ ਵੀ ਝੂਠੀ ਹੈ। ਵਿਵੇਕ ਬੁੱਧ ਇਹ ਹੈ, ਗਿਆਨ ਇਹ ਹੈ। ਅਜੇ ਤੇ ਸਾਨੂੰ ਸ੍ਰਿਸ਼ਟੀ ਚੰਗੀ ਲੱਗਦੀ ਹੈ, ਦੁਨੀਆ ਦੇ ਪਦਾਰਥ ਚੰਗੇ ਲੱਗਦੇ, ਘਰ-ਬਾਰ ਚੰਗਾ ਲੱਗਦਾ, ਭੈਣ ਭਰਾ ਚੰਗੇ ਲੱਗਦੇ, ਦੂਜੇ ਦੇ ਦੁੱਖ ਵਿੱਚ ਰੋਂਦੇ ਆ, ਦੂਜੇ ਦੇ ਸੁੱਖ ਵਿੱਚ ਹੱਸਦੇ ਆ। ਇਹ ਉਹਨਾਂ ਚਿਰ ਹੈ ਜਿੰਨਾ ਚਿਰ ਸਾਨੂੰ ਗਿਆਨ ਨਹੀਂ ਹੈ, ਵਿਵੇਕ ਨਹੀਂ ਹੈ। ਜਦੋਂ ਵਿਵੇਕ ਹੋ ਗਿਆ ਨਾ, ਗਿਆਨ, ਤੇਰਾ ਮਨ ਸ਼ੁੱਧ ਹੋ ਗਿਆ, ਉਦੋਂ ਫਿਰ ਤੂੰ ਇਹਨਾਂ ਚੀਜ਼ਾਂ ਤੋਂ ਪਰੇ ਹੋ ਜਾਏਗਾ, ਉੱਚਾ ਉੱਠ ਜਾਏਗਾ। ਕਹਿਣ ਲੱਗੇ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਇਹ ਜਿਹੜੀ ਨਾਚਨਾ ਸ੍ਰਿਸ਼ਟੀ ਹਰ ਪ੍ਰਕਾਰ ਨੱਚਦੀ ਰਹੀ ਹੈ। ਜਦੋਂ ਪਰਮਾਤਮਾ ਦੀ ਤੇਰੇ ਤੇ ਕਿਰਪਾ ਹੋਵੇਗੀ, ਤੂੰ ਇਸ ਨੂੰ ਅਨਾਤਮ ਸਮਝ ਲਵੇਂਗਾ, ਨਾਸ਼ਵੰਤ ਸਮਝ ਲਵੇਂਗਾ, ਨਹੀਂ ਰਹਿਣ ਵਾਲੀ ਇਹ ਸ੍ਰਿਸ਼ਟੀ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਤੋਂ ਭਾਵ ਗੁਰਮੁਖੋ ਨਾਸਵੰਤੀ ਹੁੰਦਾ, ਵੀ ਨਾਸ ਹੋ ਜਾਣਾ, ਮੁੱਕ ਜਾਣਾ, ਖਤਮ ਹੋ ਜਾਣਾ। ਸੋ ਇਹ ਬਚਨ ਉਹਨਾਂ ਨੇ ਲਿਖੇ ਨੇ। ਕਹਿਣ ਲੱਗੇ, ਵਿਚਾਰ ਸਾਗਰ ਦੇ ਆਰੰਭ ਵਿੱਚ ਇਹ ਬਚਨ ਲਿਖੇ ਨੇ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵਿਵੇਕ ਪ੍ਰਾਪਤ ਹੁੰਦਾ, ਤੇ ਜਿਨ੍ਹਾਂ ਨੂੰ ਵਿਵੇਕ ਪ੍ਰਾਪਤ ਹੋ ਗਿਆ ਨਾ, ਉਹਨਾਂ ਦੇ ਬਾਬਤ ਬਚਨ ਆਉਂਦਾ, ਅਬਨਾਸੀ ਆਤਮ ਅਚਲ ਜਗ ਤਾਤੈ ਪ੍ਰਤਿਕੂਲ, ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ।
ਇਹ ਵਿਦਵਾਨਾਂ ਨੇ ਬਚਨ ਲਿਖਿਆ। ਕਹਿਣ ਲੱਗੇ ਆਤਮਾ ਜਿਹੜੀ ਹੈ ਇਹ ਨਾਸ਼ ਨਹੀਂ ਹੁੰਦੀ ਹੈ। ਆਤਮਾ ਨਾਸ਼ ਨਹੀਂ ਹੁੰਦੀ, ਪਰ ਸੰਸਾਰ ਜਿਹੜਾ ਹੈ ਨਾ ਇਹ ਆਤਮਾ ਤੋਂ ਬਿਲਕੁਲ ਉਲਟ ਹੈ। ਸੰਸਾਰ ਨਾਸ਼ ਹੁੰਦਾ ਰਹਿੰਦਾ, ਬਣਦਾ ਰਹਿੰਦਾ, ਪਰ ਆਤਮਾ ਕਦੇ ਨਾਸ਼ ਨਹੀਂ ਹੁੰਦੀ। ਐਸੋ ਗਿਆਨ ਵਿਵੇਕ ਹੈ। ਐਸੇ ਗਿਆਨ ਨੂੰ ਵਿਵੇਕ ਗਿਆਨ ਕਹਿੰਦੇ ਨੇ। ਸ਼ਾਸਤਰਾਂ ਵਿੱਚ ਲਿਖਿਆ, ਗ੍ਰੰਥਾਂ ਵਿੱਚ ਲਿਖਿਆ, ਸਭ ਸਾਧਨ ਕੋ ਮੂਲ, ਸਾਰਿਆਂ ਸਾਧਨਾਂ ਦਾ ਮੂਲ ਮੁੱਢ ਜਿਹੜਾ ਹੈ ਨਾ ਉਹ ਵਿਵੇਕ ਗਿਆਨ ਹੈ। ਤੇ ਚਾਹੀਦਾ ਪਹਿਲੇ ਪੁਰਸ਼ ਨੂੰ ਵਿਵੇਕ ਧਾਰਨ ਕਰਨਾ। ਜਿਨ੍ਹਾਂ ਨੇ ਵਿਵੇਕ ਵੈਰਾਗ ਧਾਰਨ ਕਰ ਲਿਆ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਉਹ ਸਫਲੇ ਹੁੰਦੇ ਨੇ। ਸੋ ਭਗਤ ਨਾਮਦੇਵ ਜੀ ਆਪਣੇ ਗੁਰੂ ਦੇ ਨਾਲ ਹਾਲੇ ਹੋਰ ਵਿਚਾਰਾਂ ਕਰਨਗੇ, ਕਈ ਤਰ੍ਹਾਂ ਦੇ ਸਵਾਲ ਪੁੱਛਣਗੇ, ਕਈ ਤਰ੍ਹਾਂ ਦੇ ਜਵਾਬ ਅੱਗੋਂ ਪ੍ਰਾਪਤ ਹੋਣਗੇ। ਅਗਲੀ ਵਿਚਾਰ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੇ ਮੇਲ। ਪਹਿਲ ਪੁਰੀਏ ਪੁੰਡਰਕ ਵਰਾ, ਤਾਂਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।